ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਆਪ ਸਭ ਦਾ ਸਵਾਗਤ ਹੈ। ਮੈਂ ਹਰਜੋਤ ਬੈਂਸ ਵਾਟਰ ਰਿਸੋਰਸਿਸ ਤੇ ਮਾਈਨਿੰਗ ਅਤੇ ਜਿਓਲੋਜੀ ਮਿਨਿਸਟਰ ਆਫ ਦਾ ਸਟੇਟ ਆਫ ਪੰਜਾਬ ਤੇ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਨੇ ਜੋ ਵਾਟਰ ਰਿਸੋਰਸਿਸ ਅਤੇ ਮਾਈਨਿੰਗ ਦੇ ਕ੍ਰਿਸ਼ਨ ਕੁਮਾਰ ਜੀ। ਆਪ ਸਭ ਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਸਰਕਾਰਾਂ ਰਹੀਆਂ ਹੋਣ, ਰੇਤਾ ਤੇ ਰੇਤ ਮਾਫੀਆ ਇੱਕ ਬਹੁਤ ਵੱਡਾ ਇਸ਼ੂ ਰਿਹਾ ਪੰਜਾਬ ਦੇ ਵਿੱਚ। ਪਿਛਲੀ ਸਰਕਾਰ ਵੱਲੋਂ 2018 ਦੇ ਵਿੱਚ ਇੱਕ ਪਾਲਿਸੀ ਲੈ ਕੇ ਆਏ ਗਏ ਸੀ। ਉਸ ਪਾਲਿਸੀ ਦੇ ਹਿਸਾਬ ਨਾਲ ਉਹ 3 ਸਾਲ ਲਈ ਵੈਲਿਡ ਪਾਲਿਸੀ ਸੀ, ਜਿਹਦੀ ਮਿਆਦ ਖਤਮ ਹੋਣੀ ਹੈ ਫਰਵਰੀ ਮਾਰਚ 2023 ਤੱਕ। ਜਾਣੀ 2023 ਤੱਕ ਅਸੀਂ ਉਸ ਪਾਲਿਸੀ ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕਰ ਸਕਦੇ ਸੀ। ਉਹਦੇ ਵਿੱਚ ਪੰਜਾਬ ਨੂੰ 7 ਬਲਾਕਾਂ 'ਚ ਵੰਡਿਆ ਗਿਆ ਸੀ ਤੇ 7 ਅਲੱਗ-ਅਲੱਗ ਠੇਕੇਦਾਰਾਂ ਨੂੰ ਬਲਾਕ ਦੇ ਦਿੱਤੇ ਗਏ ਸੀ। ਹੈਰਾਨੀ ਵਾਲੀ ਗੱਲ ਇਹ ਹੈ, ਜੋ 1 ਸਾਲ ਦੀ ਡਿਮਾਂਡ ਰੱਖੀ ਗਈ ਸੀ, ਕਿਉਂਕਿ ਇਹ ਅੰਕੜੇ ਥੋੜ੍ਹੇ ਜਿਹੇ ਬਹੁਤ ਜ਼ਰੂਰੀ ਨੇ। ਪੰਜਾਬ ਦੇ ਵਿੱਚ ਮੈਂ ਅਕਸਰ ਕਰਦਾ ਤਾਂ ਹਰ ਬੰਦਾ ਮੀਡੀਆ ਦੇ ਸਾਥੀ ਤੇ ਅਕਸਰ ਜਦੋਂ ਆਪਣੇ ਹਲਕੇ 'ਚ ਵੀ ਜਾਵਾਂ ਜਾਂ ਕਿਤੇ ਵੀ ਜਾਵਾਂ ਤੇ ਕਈ ਵਾਰੀ ਬਹੁਤ ਸਾਰੇ ਲੋਕਾਂ ਦੇ ਮੈਂ ਕਮੈਂਟ ਵੀ ਪੜ੍ਹਦਾ, ਉਹ ਕਹਿੰਦੇ ਅੱਛਾ ਜੀ ਰੇਤਾ ਬਹੁਤ ਮਹਿੰਗਾ ਹੋ ਗਿਆ। ਤੇ ਉਹ ਸਾਨੂੰ ਤੇ ਮੈਂ ਮੰਨਦਾ ਕਿ ਇਸ ਕਰਕੇ ਮੇਰੀ ਜ਼ਿੰਮੇਵਾਰੀ ਬਣਦੀ ਹੈ, ਸਾਡੀ ਜ਼ਿੰਮੇਵਾਰੀ ਬਣਦੀ ਹੈ ਦੱਸਣਾ ਕਿ ਅਸੀਂ ਕੀ ਕੀਤਾ। ਸਾਡੀ ਸਰਕਾਰ, ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪ੍ਰਣ ਸੀਗਾ ਕਿ ਪੰਜਾਬ ਦੇ ਵਿੱਚੋਂ ਇਲੀਗਲ ਮਾਈਨਿੰਗ ਮਾਫੀਆ ਖਤਮ ਕਰਕੇ ਇੱਕ ਮਾਈਨਿੰਗ ਦੀ ਇੰਡਸਟਰੀ ਬਣਾਉਣੀ ਹੈ। ਹੁਣ ਹੋਇਆ ਕਿ ਜਿਹੜੀ ਪਾਲਿਸੀ ਬਣਾਈ ਗਈ ਉਹਦੇ 350 ਲੱਖ ਮੈਟ੍ਰਿਕ ਟਨ ਪੰਜਾਬ ਦੀ ਡਿਮਾਂਡ ਦਿਖਾਈ ਗਈ। 350 ਲੱਖ ਮੈਟ੍ਰਿਕ ਟਨ 1 ਸਾਲ ਦੀ। ਭਾਵ ਇਹ ਹੈ 350 ਨੂੰ ਜੇ ਤੁਸੀਂ 365 ਦੇ ਨਾਲ ਭਾਗ ਕਰੋਗੇ, ਡਿਵਾਈਡ ਕਰੋਗੇ ਤਾਂ ਡੇਲੀ ਦੀ ਡਿਮਾਂਡ ਕਿੰਨੀ ਆ ਗਈ? 90-95 ਹਜ਼ਾਰ ਮੈਟ੍ਰਿਕ ਟਨ। ਅਸੀਂ ਪਿਛਲੇ ਕਈ ਦਿਨਾਂ ਤੋਂ, ਕਈ ਮਹੀਨਿਆਂ ਤੋਂ 1 ਲੱਖ ਮੈਟ੍ਰਿਕ ਟਨ ਤੋਂ ਵੱਧ ਦੇਣ ਤੋਂ ਬਾਅਦ ਵੀ ਪੰਜਾਬ ਦੀ ਜਿਹੜੀ ਡਿਮਾਂਡ, ਜਿਹੜੀ ਪੰਜਾਬ ਦੇ ਵਿੱਚ ਰੇਤਿਆਂ ਦੀ ਕੀਮਤ ਘੱਟ ਨਹੀਂ ਹੋ ਰਹੀ ਸੀ। ਇਸ ਦਾ ਮਤਲਬ ਇਹ ਹੈ ਕਿ ਪੰਜਾਬ ਦੀ ਡਿਮਾਂਡ ਕਈ ਗੁਣਾ ਵੱਧ ਹੈ, 2 ਗੁਣਾ 3 ਗੁਣਾ ਹੋ ਸਕਦਾ 4 ਗੁਣਾ ਵੱਧ ਹੈ। ਪਰ ਹੁੰਦਾ ਕੀ ਸੀਗਾ, ਇੱਕ ਤਾਂ ਇਸ ਹਿਸਾਬ ਨਾਲ ਰੋਜ਼ ਮਾਲ ਲੱਖ ਮੈਟ੍ਰਿਕ ਟਨ ਦੇ ਹਿਸਾਬ ਨਾਲ ਵਿਕਣਾ ਚਾਹੀਦਾ ਸੀ, ਪਰ ਪਿਛਲੇ 3 ਸਾਲਾਂ ਦੀ ਜਿਹੜੀ ਐਵਰੇਜ ਹੈ ਸਿਰਫ 25-30 ਹਜ਼ਾਰ ਮੈਟ੍ਰਿਕ ਟਨ ਦੇ ਨਾਲ ਮਾਲ ਵਿਕਦਾ ਸੀ। ਯਾਨੀ ਸਰਕਾਰ ਦੇ ਖਾਤਿਆਂ 'ਚ 25-30 ਹਜ਼ਾਰ ਮੈਟ੍ਰਿਕ ਟਨ ਰੋਜ਼ ਨਿਕਲਦਾ ਸੀ, ਵਿਕਦਾ ਸੀ, ਪਰ ਪੰਜਾਬ 'ਚ ਰੇਤਾ ਬਜਰੀ ਹਰ ਜਗ੍ਹਾ ਮਿਲਦਾ ਸੀ। ਅਸੀਂ ਲੱਖ ਦੇ ਰਹੇ ਹਾਂ ਤਾਂ ਵੀ ਲੋਕ ਕਹਿੰਦੇ ਆ ਜੀ ਰੇਤਾ ਬਜਰੀ ਪੂਰਾ ਨਹੀਂ ਮਿਲਦਾ। ਭਾਵ ਇਹ ਹੈ ਕਿ ਕਾਗਜ਼ਾਂ 'ਚ ਸਿਰਫ 25,000 ਕੱਢਿਆ ਜਾਂਦਾ ਸੀ ਤੇ ਪੰਜਾਬ ਦੀ ਧਰਤੀ 'ਚੋਂ ਕਈ ਲੱਖ ਮੈਟ੍ਰਿਕ ਟਨ ਰੋਜ਼ ਮਾਲ ਇਲੀਗਲ ਤਰੀਕੇ ਨਾਲ ਵੇਚਿਆ ਜਾਂਦਾ ਸੀ। ਹੁਣ ਸਾਡੇ ਸਾਹਮਣੇ ਚੁਣੌਤੀ ਇਹ ਹੈ ਕਿ ਜਿਹੜੀ ਉਹਨੇ ਖੱਡਾਂ 1 ਨੰਬਰ 'ਚ ਸ਼ੋਅ ਕੀਤੀਆਂ, ਉਹ ਉਹਨਾਂ 'ਚੋਂ ਕੁਆਂਟੀਟੀ ਬਹੁਤ ਥੋੜ੍ਹੀ ਹੈ। ਉਸ ਕੁਆਂਟੀਟੀ 'ਚੋਂ ਅਸੀਂ ਜਿੰਨਾ ਮਾਲ ਕੱਢ ਸਕਦੇ ਹਾਂ ਦੇ ਰਹੇ ਹਾਂ। 7 ਠੇਕੇਦਾਰਾਂ ਨੂੰ ਅਸੀਂ ਕਿਹਾ ਜਾਂ ਤਾਂ ਜੇ ਲੀਗਲ ਮਾਈਨਿੰਗ ਕਰੋਗੇ ਸਰਕਾਰ ਤੁਹਾਡੇ ਨਾਲ ਹੈ। ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕਰਕੇ ਬੁਲਾਇਆ 7 ਠੇਕੇਦਾਰਾਂ ਨੂੰ, ਉਹਨੇ ਕਿਹਾ ਜੇ ਤੁਸੀਂ ਲੀਗਲ ਮਾਈਨਿੰਗ ਕਰੋਗੇ ਸਰਕਾਰ ਤੁਹਾਡੇ ਨਾਲ ਹੈ, ਇਲੀਗਲ ਅਸੀਂ ਕੰਮ ਚੱਲਣ ਨਹੀਂ ਦੇਣਾ। ਉਹ ਕਿਉਂਕਿ ਉਹਨੇ ਤਾਂ ਠੇਕਾ ਲਿਆ ਹੀ ਇਲੀਗਲ ਕੰਮ ਵਾਸਤੇ ਸੀਗਾ, ਤਾਂ ਕਿਸੇ ਨੇ ਲੀਗਲ ਮਾਈਨਿੰਗ ਨਹੀਂ ਕੀਤੀ ਤੇ ਸਾਨੂੰ ਸਾਰਿਆਂ ਨੂੰ ਉੱਥੋਂ ਭਜਾਣਾ ਪਿਆ। ਅੱਜ ਉਹਨਾਂ ਦੇ ਵਿੱਚੋਂ ਕਈ ਠੇਕੇਦਾਰ ਜੇਲ੍ਹ ਦੇ ਵਿੱਚ ਨੇ। ਜਿਹੜੇ ਵੱਡੇ ਵੱਡੇ ਮਾਈਨਿੰਗ ਮਾਫੀਆ ਸੀ ਉਹਨਾਂ ਨੂੰ ਅਸੀਂ ਕੇਸ ਰਜਿਸਟਰ ਕਰਕੇ ਜੇਲ੍ਹਾਂ 'ਚ ਪਾਇਆ। ਹੁਣ ਪੰਜਾਬ ਸਰਕਾਰ ਦੀ ਜੋ ਪਾਲਿਸੀ ਹੈ, ਇਹ ਪਾਲਿਸੀ ਦੇ ਉੱਤੇ ਅਸੀਂ ਵਰਕ ਕੀਤਾ, ਅਸੀਂ ਸਾਰਾ ਮਾਈਨਿੰਗ ਦਾ ਕੰਟਰੋਲ ਆਪ ਲਿਆ ਤੇ ਇਸ ਪਾਲਿਸੀ ਦੇ ਅਨੁਸਾਰ ਜੋ ਸਾਡੀ ਕੈਲਕੂਲੇਸ਼ਨਸ ਹੈ, ਅਗਰ ਉਹ ਸਾਰਾ ਕੁਝ ਸਹੀ ਚੱਲਦਾ ਤਾਂ ਪੰਜਾਬ ਵੁੱਡ ਹੈਵ ਬੀਨ ਨੰਬਰ 1 ਸਟੇਟ ਪੂਰੇ ਦੇਸ਼ ਦੇ ਵਿੱਚ। ਅਕਸਰ ਪਿਛਲੇ ਸਮੇਂ ਕਈ ਲੀਡਰ ਤੇਲੰਗਾਨਾ ਦੀ ਮਿਸਾਲ ਦਿੰਦੇ ਸੀ, ਤੇਲੰਗਾਨਾ ਤੋਂ ਵੀ ਵੱਧ ਰੈਵਨਿਊ ਪੰਜਾਬ 'ਚ ਆਉਣਾ ਸੀ, ਕਾਰਪੋਰੇਸ਼ਨ ਤੋਂ ਵੀ ਵਧੀਆ ਮਾਡਲ, ਜਿਹਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਵੀ, ਟਰਾਂਸਪੋਰਟਰ ਨੂੰ ਫਾਇਦਾ ਵੀ ਤੇ ਆਮ ਲੋਕਾਂ ਨੂੰ ਸਸਤਾ ਰੇਤਾ ਬਜਰੀ ਤੇ ਸਰਕਾਰ ਨੂੰ ਰੈਵਨਿਊ ਵੀ, ਕਿਉਂਕਿ ਸਕੂਲ ਬਣਾਉਣੇ ਹੈ, ਮੁਹੱਲਾ ਕਲੀਨਿਕ ਬਣਾਉਣਾ, 1000 ਰੁਪਏ ਵਾਲੀ ਗਰੰਟੀ ਹੈ। ਇਹ ਸਾਰਾ ਕੁਝ ਕਰ ਰਹੇ ਸੀ, ਪਰ 10 ਨਵੰਬਰ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਵਿੱਚ ਟੋਟਲ ਮਾਈਨਿੰਗ ਬੰਦ ਕਰ ਦਿੱਤੀ ਗਈ। ਇਸ ਵਕਤ ਪੰਜਾਬ ਦੇ ਵਿੱਚ ਕਿਤੇ ਵੀ ਅਸੀਂ ਲੀਗਲੀ ਕੋਈ ਮਾਈਨਿੰਗ ਨਹੀਂ ਕਰ ਸਕਦੇ, ਕਿਤੇ ਵੀ। ਉਸ ਦੇ ਬਾਵਜੂਦ ਵੀ ਅਸੀਂ ਜਿਵੇਂ ਮਰਜ਼ੀ ਆਊਟ ਆਫ ਦਾ ਸਟੇਟ ਅਰੇਂਜਮੈਂਟ ਕਰਕੇ ਅਸੀਂ ਰੋਜ਼ ਤਕਰੀਬਨ 90,000 ਮੈਟ੍ਰਿਕ ਟਨ ਮਾਲ ਪੰਜਾਬ 'ਚ ਸਪਲਾਈ ਕਰ ਰਹੇ ਹਾਂ। ਅੱਜ ਵੀ ਅਸੀਂ ਸੁਪਰੀਮ ਕੋਰਟ ਗਏ, ਅਸੀਂ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਅਸੀਂ ਕਿਹਾ ਮਾਨਯੋਗ ਸੁਪਰੀਮ ਕੋਰਟ ਨੂੰ ਜਾ ਕੇ ਕਿ ਅੱਜ ਪੰਜਾਬ ਦੇ ਵਿੱਚ ਸਾਡਾ ਮਜ਼ਦੂਰ ਪਰੇਸ਼ਾਨ ਹੈ, ਪੰਜਾਬ ਦੀਆਂ ਸੜਕਾਂ, ਪੰਜਾਬ ਦੇ ਆਮ ਲੋਕਾਂ ਨੇ ਆਪਣੇ ਘਰ ਬਣਾਉਣੇ ਆ, ਸਾਡੇ ਬਿਲਡਿੰਗਾਂ, ਸਾਡੇ ਸਕੂਲ, ਸਾਡੇ ਹਸਪੀਟਲ ਸਭ ਕੁਝ ਰੁਕਿਆ ਹੋਇਆ। ਇਸ ਕਰਕੇ ਸਾਨੂੰ ਕਿਰਪਾ ਕਰਕੇ ਹਾਈ ਕੋਰਟ ਸਾਨੂੰ ਰਿਲੀਫ ਦਿੱਤੀ ਜਾਵੇ। ਮਾਨਯੋਗ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਕਿਹਾ ਕਿ ਸਟੇਟ ਬਿਲਕੁਲ ਸਹੀ ਕਹਿ ਰਹੀ ਹੈ, ਜੇ ਸਟੇਟ ਦੇ ਵਿੱਚ ਮਾਈਨਿੰਗ ਨਹੀਂ ਹੋਊਗੀ ਤਾਂ ਸਟੇਟ ਆਪਣਾ ਕੰਮ ਕਿਵੇਂ ਕਰੂਗਾ। ਪਰ ਅੱਜ ਵੀ ਉਹ ਕੇਸ ਲੱਗਿਆ ਹੋਇਆ। ਜੇ ਅਗਰ ਅੱਜ ਸਾਨੂੰ ਰਿਲੀਫ ਮਿਲਦਾ, ਜਿਸ ਦਿਨ ਵੀ ਸਾਨੂੰ ਹਾਈ ਕੋਰਟ ਤੋਂ ਜਾਂ ਸੁਪਰੀਮ ਕੋਰਟ ਤੋਂ ਰਿਲੀਫ ਮਿਲਦਾ, 3 ਦਿਨਾਂ ਦੇ ਵਿੱਚ ਅਸੀਂ ਆਪਣੀ ਕੁਆਂਟੀਟੀ ਦੁੱਗਣੀ ਕਰ ਦਾਂਗੇ। ਸਿੰਪਲ ਮਾਰਕੀਟ ਦਾ ਰੂਲ ਹੈ ਜੀ, ਜਿੰਨੀ ਸਪਲਾਈ ਹੋਊਗੀ ਉਨਾ ਰੇਟ ਘੱਟ ਹੋਊਗਾ। ਪਰ ਅਸੀਂ ਦੇਖਿਆ ਇੰਨੀ ਸਪਲਾਈ ਦੇਣ ਤੋਂ ਬਾਵਜੂਦ ਵੀ ਬਹੁਤ ਸਾਰੇ ਜਿਹੜੇ ਮਿਡਲਮੈਨ ਨੇ
ਜਿਹੜੇ ਕਹਿ ਸਕਦੇ ਹੋ ਬਿਲਡਿੰਗ ਮਟੀਰੀਅਲ ਸਟੋਰ ਵਾਲੇ ਨੇ ਜਾਂ ਫਿਰ ਟਰਾਂਸਪੋਰਟਰ ਹੋ ਸਕਦੇ ਨੇ, ਉਹ ਬਹੁਤ ਮਹਿੰਗਾ, ਉਹ ਜਾਣ ਕੇ ਸਕੇਅਰਸਿਟੀ ਕ੍ਰੀਏਟ ਕਰਕੇ ਬਹੁਤ ਮਹਿੰਗਾ, ਕਿਤੇ ਕਿਤੇ 60 ਰੁਪਏ, ਕਿਤੇ ਕਿਤੇ 80 ਰੁਪਏ ਵੀ ਰੇਤਾ ਬਜਰੀ ਵੇਚ ਰਹੇ। ਇਸ ਕਰਕੇ ਅਸੀਂ ਉਹਦਾ ਸੋਲੂਸ਼ਨ ਇਹ ਲੱਭਿਆ, ਇਹ ਤੁਹਾਡੇ ਸਾਹਮਣੇ, ਇਹ ਪੰਜਾਬ ਦਾ ਪਹਿਲਾ ਸੇਲ ਸੈਂਟਰ ਹੈ। ਇਹਦੇ ਵਿੱਚ 2 ਲੱਖ ਮੈਟ੍ਰਿਕ ਟਨ ਤੋਂ ਉੱਤੇ ਸਾਡੇ ਕੋਲ ਇੱਥੇ ਮਾਲ ਪਿਆ। ਈਕੋ ਸਿਟੀ ਮੋਹਾਲੀ, ਨਿਊ ਚੰਡੀਗੜ੍ਹ ਦੇ ਆਸ-ਪਾਸ ਬਹੁਤ ਸਾਰੀਆਂ ਖਰੜ ਡਿਵੈਲਪਮੈਂਟ ਐਕਟੀਵਿਟੀਜ਼ ਹੁੰਦੀਆਂ, ਤਾਂ ਇੱਥੋਂ ਤੁਸੀਂ ਆ ਕੇ ਸਰਕਾਰੀ ਰੇਟ ਦੇ ਉੱਤੇ ਰੇਤਾ ਬਜਰੀ ਖਰੀਦ ਸਕਦੇ ਹੋ। ਇੱਥੇ ਕਿਉਂਕਿ ਟਰਾਂਸਪੋਰਟੇਸ਼ਨ ਦੀ ਕਾਸਟ ਪਈ ਆ, ਪੂਰੇ ਪੰਜਾਬ 'ਚੋਂ ਸਮਾਨ ਇਕੱਠਾ ਕਰਕੇ ਇੱਥੇ ਮੰਗਵਾਇਆ ਗਿਆ, ਤਾਂ ਤੁਹਾਨੂੰ 28 ਰੁਪਏ ਦੇ ਉੱਤੇ ਤੁਸੀਂ ਇੱਥੋਂ ਜਿਹੜਾ ਹੈ ਸਾਡੇ ਤੋਂ ਮਾਲ ਲੈ ਕੇ ਜਾ ਸਕਦੇ ਹੋ। ਤੇ ਜਿਵੇਂ ਜੇ ਖੱਡ ਚੱਲਦੀ ਹੈ ਉੱਥੇ 9 ਰੁਪਏ, ਕ੍ਰਸ਼ਰ ਤੋਂ ਲੈਣਾ 20 ਰੁਪਏ, ਤੇ ਅਗਰ ਤੁਸੀਂ ਬਿਲਕੁਲ ਆਪਣੇ ਸ਼ਹਿਰ 'ਚ ਲੈਣਾ, ਆਪਣੇ ਘਰ ਦੇ ਕੋਲ ਲੈਣਾ, ਤਾਂ ਸਾਰੀਆਂ ਕਾਸਟਾਂ ਪਾ ਕੇ ਕਿਉਂਕਿ ਲੋਡਿੰਗ ਅਨਲੋਡਿੰਗ ਟਰਾਂਸਪੋਰਟੇਸ਼ਨ ਚਾਰजेस ਪਾ ਕੇ ਤੁਸੀਂ 28 ਰੁਪਏ ਲੈ ਸਕਦੇ ਹੋ। ਇਹ ਕੋਈ 28 ਰੁਪਏ ਫਿਕਸ ਰੇਟ ਨਹੀਂ ਹੈਗਾ। ਜਿਵੇਂ ਹੀ ਸਾਡੀ ਮਾਈਨਿੰਗ ਐਕਟੀਵਿਟੀ ਹਾਈ ਕੋਰਟ ਸਾਨੂੰ ਹੋਰ ਕਰਦਾ, ਤਾਂ ਮੇਰੀ ਆਸ ਹੈ ਅਸੀਂ ਤੁਹਾਨੂੰ ਇੱਥੇ 15-16 ਰੁਪਏ ਇੱਥੇ ਤੁਹਾਨੂੰ ਰੇਤਾ ਅਸੀਂ ਦੇ ਦਾਂਗੇ। ਜਿਵੇਂ ਜਿਵੇਂ ਸਾਡੀ ਸਪਲਾਈ ਵਧੂਗੀ ਉਵੇਂ ਉਵੇਂ ਪ੍ਰਾਈਸਿਸ ਘੱਟ ਆ ਜਾਣਗੇ। ਪਰ ਘੱਟੋ ਘੱਟ ਇਹ ਹੈ, 2 ਚੀਜ਼ਾਂ ਦੀ ਇਨਸ਼ੋਰਿਟੀ ਹੈ। ਇੱਕ ਕਿ ਇੱਥੇ ਤੁਹਾਨੂੰ ਅਵੇਲੇਬਿਲਿਟੀ ਹੋਊਗੀ, ਇੱਥੇ ਕੋਈ ਵੀ ਆਊਗਾ ਲੈ ਸਕਦਾ। ਦੂਜਾ ਜਿਹੜਾ 70 80 60 ਰੁਪਏ ਵਾਲੀ ਲੁੱਟ ਚੱਲਦੀ ਉਹ ਨਹੀਂ ਹੋਊਗੀ। ਇਹ ਸਾਡਾ ਉਪਰਾਲਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ, ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਪੁੱਡਾ ਨੂੰ, ਗਲਾਡਾ ਨੂੰ, ਗਮਾਡਾ ਨੂੰ, ਸਾਰੀ ਆਰਗੇਨਾਈਜੇਸ਼ਨ ਜਿਹੜੀ ਇੱਦਾਂ ਦੀ, ਉਹਨਾਂ ਨੂੰ ਕਿਹਾ ਸਾਨੂੰ ਜ਼ਮੀਨ ਪ੍ਰੋਵਾਈਡ ਕਰ ਦਿਓ ਸਾਰੇ ਪਾਸੇ, ਤਾਂ ਕਿ ਇੱਦਾਂ ਦੇ ਸਰਕਾਰੀ ਖਰੀਦ ਸੈਂਟਰ, ਤਾਂ ਕਿ ਜਿਹੜੇ ਦੂਜੇ ਮੋਨੋਪੋਲੀ ਕ੍ਰੀਏਟ ਕਰਕੇ ਰੇਟ ਵੱਧ ਦੇ ਰਹੇ ਉਹ ਵੀ ਆਪਣੇ ਥੱਲੇ ਆ ਜਾਣ। ਤੇ ਇਸ ਕਰਕੇ ਅੱਜ ਇਸ ਸੇਲ ਸੈਂਟਰ ਦੀ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਦੇ ਉੱਤੇ ਸ਼ੁਰੂਆਤ ਕੀਤੀ ਗਈ ਹੈ। ਤੇ ਇੱਕ ਕਦਮ ਹੈ, ਇਹ ਉਹ ਪਹਿਲਾ ਕਦਮ ਹੈ ਉਸ ਸੁਪਨੇ ਵੱਲ ਜਿਹੜਾ ਸੁਪਨਾ ਅਸੀਂ ਦੇਖਿਆ ਸੀ। ਤੇ ਕਿਉਂਕਿ ਮਾਈਨਿੰਗ ਵਿਭਾਗ ਜਦੋਂ ਮੈਨੂੰ ਮਿਲਿਆ ਤਾਂ ਮੈਂ ਕਹਿੰਦਾ ਹੁੰਦਾ ਸੀ ਕਿ ਉਹ ਵਿਭਾਗ ਹੈ ਜਿੱਥੇ ਕੋਈ ਵੀ ਬੰਦਾ ਇਮਾਨਦਾਰ ਨਹੀਂ ਹੋ ਸਕਦਾ। ਕਿੰਨੇ ਬੰਦਿਆਂ ਨੂੰ ਚਾਰਜ ਸ਼ੀਟ ਕੀਤਾ, ਕਿੰਨਿਆਂ ਨੂੰ ਸਸਪੈਂਡ ਕੀਤਾ, ਪਰ ਸਾਡੇ ਕੋਲ, ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਕ੍ਰਿਸ਼ਨ ਕੁਮਾਰ ਜੀ ਵਰਗੇ ਇਮਾਨਦਾਰ ਅਫਸਰ ਆਏ ਤੇ ਇਸ ਮਹਿਕਮੇ ਨੇ ਦਿਨ ਰਾਤ ਮਿਹਨਤ ਕਰਕੇ, ਹੁਣ ਸਾਰਾ ਮਹਿਕਮਾ ਦਿਨ ਰਾਤ ਮਿਹਨਤ ਕਰ ਰਿਹਾ। ਸਾਡੇ ਜੇਈ, ਸਾਡੇ ਐਸਡੀਓ ਦਿਨ ਰਾਤ ਲੱਗੇ ਰਹਿੰਦੇ। ਦੂਜੀ ਚੀਜ਼ ਮੈਂ ਇੱਕ ਹੋਰ ਕਹਿ ਦੇਣਾ ਚਾਹੂੰ, ਮੈਂ ਵੀ ਗੱਲ ਦਾਅਵੇ ਨਾਲ ਕਹਿ ਰਿਹਾ ਬਤੌਰ ਮੰਤਰੀ, ਦਿਲ ਤੇ ਹੱਥ ਰੱਖ ਕੇ, ਅੱਜ ਪੰਜਾਬ ਦੇ ਵਿੱਚ 90% ਇਲੀਗਲ ਮਾਈਨਿੰਗ ਬੰਦ ਹੋ ਗਈ ਹੈ। ਕੋਈ ਖੱਡ ਸਰੇਆਮ ਨਹੀਂ ਚੱਲਦੀ। ਹਾਂ, ਕੋਈ ਰਾਤ ਨੂੰ 2 ਟਿੱਪਰ ਚੋਰੀ ਕਰ ਲਵੇ, ਕੋਈ ਟਰਾਲੀ ਭਰ ਕੇ ਲੈ ਜਾਵੇ, ਉਹ ਜ਼ਰੂਰ ਹੋ ਰਿਹਾ। ਉਹਦੇ ਉੱਤੇ ਕੀ ਕੀਤਾ, 500 ਤੋਂ ਵੱਧ FIRਾਂ ਹੋਈਆਂ, 500 ਤੋਂ ਵੱਧ FIRਾਂ ਅਸੀਂ ਕੀਤੀਆਂ ਜੀ। ਹੁਣ FIRਾਂ ਦੇ ਵਿੱਚ ਅਸੀਂ ਕੀ ਦੇਖਿਆ ਕਿ ਅਕਸਰ ਗਰੀਬ ਬੰਦਾ ਰਗੜਿਆ ਜਾਂਦਾ ਸੀ। ਹੁਣ ਤੁਸੀਂ ਮੈਨੂੰ ਕੋਲੇ ਤੁਹਾਡੇ ਸਵਾਲ ਹੋਣਗੇ ਜੀ ਕਿ ਇਲੀਗਲ ਮਾਈਨਿੰਗ ਦਾ ਕੀ ਕਰ ਰਹੇ ਹੋ, ਇਹ ਅਕਸਰ ਕੀ ਹੁੰਦਾ ਸੀ, ਅਸੀਂ FIR ਕਰ ਦਿੰਦੇ ਸੀ। ਅਸੀਂ ਦੇਖਿਆ ਜਿਹੜਾ ਵਿਚਾਰਾ ਗਰੀਬ ਟਰੱਕ ਡਰਾਈਵਰ ਹੈ, ਗਰੀਬ ਟਰਾਲੀ ਵਾਲਾ ਹੈ, ਉਹ ਰਗੜਿਆ ਗਿਆ, ਉਹਦੇ ਉੱਤੇ ਵੀ ਅਸੀਂ ਸੰਸ਼ੋਧਨ ਕਰ ਦਿੱਤਾ। ਹੁਣ FIRਾਂ ਨਹੀਂ ਹੋਣਗੀਆਂ, ਹੁਣ ਜੁਰਮਾਨਾ ਹੋਊਗਾ। ਅਗਰ ਕੋਈ ਰਾਤ ਨੂੰ ਕਿਤੋਂ ਵੀ ਇਲੀਗਲ ਮਾਈਨਿੰਗ ਕਰਕੇ ਸੜਕ ਤੇ ਆ ਗਿਆ ਤੇ ਅਸੀਂ ਜੇ ਚੈਕਿੰਗ 'ਚ ਫੜਿਆ ਗਿਆ ਤਾਂ 2 ਲੱਖ ਰੁਪਇਆ ਉਸ ਟਿੱਪਰ ਤੇ ਜੁਰਮਾਨਾ ਹੋਊਗਾ। ਜਦੋਂ ਤੱਕ 2 ਲੱਖ ਰੁਪਇਆ ਨਹੀਂ ਜਮ੍ਹਾਂ ਕਰਾਉਂਦਾ ਟਿੱਪਰ, ਅਸੀਂ ਨਹੀਂ ਛੱਡਾਂਗੇ, ਉਸ ਮਾਲਕ ਨੂੰ ਜਮ੍ਹਾਂ ਕਰਾਉਣਾ ਪੈਣਾ। ਇਸ ਕਰਕੇ ਮੇਰੀ ਖੁੱਲੀ ਚੇਤਾਵਨੀ ਹੈ, ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ। ਅਸੀਂ ਟੈਂਡਰ ਵੀ ਕੱਢ ਰਹੇ ਹਾਂ, ਆਟੋਮੈਟਿਕ ਸਿਸਟਮ ਆ ਜਾਣਾ, ਸਮਝ ਲਿਓ ਕੋਈ MLA ਦੀ, ਕਿਸੇ ਮੰਤਰੀ ਦੀ ਸਿਫਾਰਿਸ਼ ਨਹੀਂ ਚੱਲਣੀ। ਇਸ ਕਰਕੇ ਇਸ ਤੋਂ ਵਧੀਆ ਕਿ ਤੁਸੀਂ ਸਰਕਾਰੀ ਇਹਨੂੰ ਰੈਵਨਿਊ ਦੇ ਕੇ ਰੇਤਾ ਕੱਢੋ। ਕਿਉਂਕਿ ਜੇ ਇਲੀਗਲ ਮਾਈਨਿੰਗ 'ਚ ਫੜਿਆ ਗਿਆ 2 ਲੱਖ ਰੁਪਏ ਤੁਹਾਡੇ ਤੇ ਜੁਰਮਾਨਾ ਹੈ, ਤੇ 2 ਲੱਖ ਰੁਪਏ ਜੇ ਨਹੀਂ ਜਮ੍ਹਾਂ ਕਰਾਉਂਗੇ 14 ਦਿਨ ਦੇ ਵਿੱਚ ਉਸ ਟਿੱਪਰ ਦੀ ਅਸੀਂ ਆਕਸ਼ਨ ਕਰ ਦਾਂਗੇ। 14 ਦਿਨ ਬਾਅਦ, 2 ਹਫ਼ਤਿਆਂ ਬਾਅਦ ਉਸ ਨੂੰ ਆਕਸ਼ਨ ਕਰ ਦਾਂਗੇ। ਇਹ ਇਲੀਗਲ ਮਾਈਨਿੰਗ ਕਰਬ ਕਰਨ ਨੂੰ ਇੱਕ ਅਸੀਂ ਨਵਾਂ ਇਹਦੇ 'ਚ ਅਮੈਂਡਮੈਂਟ ਕਰ ਦਿੱਤੀ ਹੈ। ਹੋਰ ਵੀ ਜਿਹੜੇ ਸੁਧਾਰ ਹੈ ਕਰਦੇ ਰਵਾਂਗੇ ਤੇ ਪੰਜਾਬ ਨੂੰ, ਦੀ ਜਨਤਾ ਨੂੰ, ਪੰਜਾਬ ਦੇ ਲੋਕਾਂ ਨੂੰ ਸਸਤਾ ਰੇਤਾ ਬਜਰੀ ਤੇ ਪੰਜਾਬ ਦੇ ਖਜ਼ਾਨੇ ਨੂੰ ਅਸੀਂ ਇਨਰਿਚ ਕਰਨਾ ਸਾਡਾ ਮਕਸਦ ਹੈ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਮੰਤਰੀ ਸਾਹਿਬ, ਜਿਹੜਾ ਇਹ ਤੁਸੀਂ ਕੀਤਾ, ਹੁਣ ਮੰਨ ਲਓ ਕਿਸੇ ਨੇ ਰੇਤਾ ਲੈਣਾ ਹੈਗਾ ਤਾਂ ਉਹ ਆਪਦੀ ਟਰਾਲੀ ਲੈ ਕੇ ਆਵੇ ਜਾਂ ਤੁਸੀਂ? ਦੋਨੋਂ ਆਪਸ਼ਨਸ ਹੈ ਜੀ। ਇੱਥੇ ਬਹੁਤ ਸਾਰੇ ਟਿੱਪਰ ਮਾਲਕ ਵੀ ਜਦੋਂ ਚੱਲ ਪਿਆ ਤਾਂ ਜਿਵੇਂ ਬਿਲਕੁਲ ਇਹ 에ਅਰਪੋਰਟ ਟਾਈਪ ਜਾਂ ਰੇਲਵੇ ਸਟੇਸ਼ਨ ਦੇ ਬਾਹਰ ਵਾਲਾ ਸਿਸਟਮ ਬਣ ਜਾਊਗਾ। ਕੋਈ ਆਪਣਾ ਲੈ ਕੇ ਆਉਣਾ ਚਾਹੁੰਦਾ ਉਹ ਵੀ ਲੈ ਲਵੇ। 28 ਰੁਪਏ ਵਿੱਚ ਪਾ ਕੇ ਵੱਖਰਾ ਵਿੱਚ ਉਹਨੂੰ ਭਰ ਕੇ ਦਾ। ਅਗਰ ਕਿਸੇ ਨੇ ਇੱਥੇ ਖੜੇ ਹੋਣਗੇ ਟਿੱਪਰ ਵਾਲੇ, ਉਹ ਲੈ ਜਾਣ, ਤਾਂ ਮੈਨੂੰ ਲੱਗਦਾ ਲੋਕਲ ਜੇ ਤੁਸੀਂ ਲੈ ਕੇ ਜਾਣਾ 5-10-20 ਕਿਲੋਮੀਟਰ 'ਚ ਸ਼ਾਇਦ ਹੀ 2-3 ਹਜ਼ਾਰ ਰੁਪਏ ਕਿਰਾਇਆ ਹੋਵੇ। ਅਕਸਰ ਕੀ ਹੈ, ਮੈਂ ਇਹਦੇ ਤੇ ਵੀ ਬਹੁਤ ਵਧੀਆ ਸਵਾਲ ਹੈ ਜੀ। ਅੱਜ 12 ਵਜੇ ਸਾਡੀ ਮੀਟਿੰਗ ਹੈ ਟਰਾਂਸਪੋਰਟ ਮਹਿਕਮੇ ਦੇ ਨਾਲ। ਅਸੀਂ ਇਕੱਲਾ ਸੇਲ ਸੈਂਟਰਾਂ ਤੋਂ ਤਾਂ ਚਲੋ ਲਿਮਿਟਿਡ ਆ ਜਾਊਗਾ, ਜਿਹੜੇ ਬਾਕੀ ਵੀ ਪੰਜਾਬ ਦੇ ਵਿੱਚ ਬਹੁਤ ਮਹਿੰਗਾ ਮਿਲ ਰਿਹਾ। ਅੱਜ ਸਾਡੀ 12 ਵਜੇ ਟਰਾਂਸਪੋਰਟ ਡਿਪਾਰਟਮੈਂਟ ਦੇ ਨਾਲ ਮੀਟਿੰਗ ਹੈ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਟਿੱਪਰਾਂ ਦੇ ਰੇਟ ਫਿਕਸ ਕਰਨ ਦੇ ਬਾਰੇ ਸੋਚ ਰਹੇ ਹਾਂ, ਤਾਂ ਕਿ ਜਿਹੜੀ ਉਹ ਲੁੱਟ ਹੈ, ਜਿਹੜੀ ਟਰਾਂਸਪੋਰਟ ਦੀ ਲੁੱਟ ਉਹ ਵੀ ਬੰਦ ਹੋ ਸਕੇ। ਕਿਲੋਮੀਟਰ ਵਾਈਜ਼ ਸਕੀਮ ਬਣਾ ਦਾਂਗੇ। 28 ਰੁਪਏ ਪ੍ਰਤੀ ਕਿਊਬਿਕ ਫਿਟ ਹੋਇਆ ਤਾਂ ਵੀ 30-32 ਹਜ਼ਾਰ ਦਾ ਟਿੱਪਰ ਪੈ ਜਾਣਾ, ਬਹੁਤ ਮਹਿੰਗਾ ਹਲੇ ਵੀ ਰੇਟ। ਮੈਂ ਤੁਹਾਨੂੰ ਹਜੇ ਫਿਰ ਕਹਿ ਰਿਹਾ ਜੀ, ਤੁਸੀਂ ਵੀ ਸਾਰੇ ਦੇਖੋ, ਤੁਸੀਂ ਇਹ ਤਾਂ ਕਹਿ ਦਿੰਦੇ ਹੋ
ਕਿ ਹਾਈ ਕੋਰਟ ਤੋਂ ਝਟਕਾ, ਤੁਸੀਂ ਵੀ ਇਹ ਵੀ ਤਾਂ ਨਿਊਜ਼ ਲਾਓ ਨਾ ਜੀ। ਅੱਜ ਮੈਂ ਰੇਤਾ ਕਿੱਥੋਂ ਦੇਵਾਂ? ਮੇਰੇ ਕੋਲ ਇੱਕ ਵੀ ਸਾਈਟ ਨਹੀਂ ਚੱਲ ਰਹੀ। ਇਹ ਸਾਡੀ ਕਾਮਯਾਬੀ ਹੈ ਕਿ ਨਾ ਚੱਲ। ਇੱਕ ਸੈਕਿੰਡ, ਇਹ ਸਾਰਾ ਆਊਟ ਆਫ ਸਟੇਟਸ ਤੋਂ ਜਿਹੜਾ ਜਿੱਥੋਂ ਵੀ ਇੰਟਰਸਟੇਟ ਕਰਕੇ ਕ੍ਰਸ਼ਰਸ ਤੋਂ ਬਾਈ ਕਰਕੇ ਜਾਂ ਸਾਡੇ ਸਟਾਕਸ 'ਚ ਪਿਆ ਸੀ कोई कितने भी माइनिंग नहीं हो रही थी। अगर आप बोल रहे हैं बाहर से आ रहा है, ये मुझे बताइए आप किस प्राइस पे खरीद रहे हो और किस प्राइस पे? मैम ਇਹਦੇ ਵਿੱਚ ਸਾਡੇ ਜਿਹੜੇ ਕ੍ਰਸ਼ਰਸ ਹੈ ਦੇ ਕੈਨ ਬਾਈ ਫਰਮ ਆਊਟ ਆਫ ਦਾ ਸਟੇਟ। ਤਾਂ ਕ੍ਰਸ਼ਰਸ ਦਾ ਜਿਹੜਾ ਰੇਟ ਹੈ ਉਹ 20 ਕੁ ਰੁਪਏ ਹੈ, ਕਿਉਂਕਿ ਇਹ ਸਾਰਾ ਰਿਵਰ ਸੈਂਡ ਨਹੀਂ ਹੈ, ਕ੍ਰਸ਼ਡ ਸੈਂਡ ਵੀ ਹੈ। ਜਦੋਂ ਅਸੀਂ 20 ਕੁ ਰੁਪਏ ਦੇ ਲੈਂਦੇ ਆ ਤਾਂ ਉਹਨੂੰ ਅਨਲੋਡ ਕਰਕੇ ਇੱਥੇ ਤੱਕ ਲਿਆਉਣ ਦੀ ਟਰਾਂਸਪੋਰਟੇਸ਼ਨ ਕਾਸਟ ਹੈ, ਤਾਂ ਕਰਕੇ 28 ਰੁਪਏ ਰੇਟ ਰੱਖਿਆ। अच्छा, ये चरणजीत सिंह कन्नी इज बैक, उनके ऊपर भी और अकालीज ने उस टाइम एक स्टिंग ऑपरेशन वगैरह भी किया था, उसका क्या हुआ? और ये जो पॉलिटिकल एक होता था ना कि इनको कवरेज मिल रहा है या वो मिल रहा है, उसको किस तरह से आपको? मैं देखो जी मैं बड़ा एज बिकॉज सिंस आई एम माइनिंग मिनिस्टर आई एम नॉट दिस इज़ मैटर ऑफ होम डिपार्टमेंट इन्वेस्टिगेशन। पर हाँ, जो भी माइनिंग ਦੇ ਵਿੱਚ ਕੋਈ ਵੀ ਜਿਹੜੀਆਂ ਮਾਈਨਿੰਗ ਸ਼ਾਰਕਸ ਨੇ, ਮੈਨੂੰ ਨਹੀਂ ਲੱਗਦਾ ਕਿ ਜਿੰਨੇ ਵੀ, ਕਿਉਂਕਿ ਇੰਨੀ ਵੱਡੀ ਸ਼ਹਿਰ ਤੇ ਇਲੀਗਲ ਮਾਈਨਿੰਗ ਕਿਸੇ ਦੇ ਸੰਰਕਸ਼ਣ ਤੇ ਹੋ ਸਕਦੀ ਹੈ। ਤਾਂ ਆਲਰੇਡੀ ਵੀ ਹੈਵ ਅਰੈਸਟਡ ਵਨ ਆਫ ਦਾ ਬਿਗੇਸਟ ਮਾਈਨਿੰਗ ਮਾਫੀਆ, ਤੇ ਅਸੀਂ ਉਹਦਾ ਕੇਸ ਅਸੀਂ ਵਿਜੀਲੈਂਸ ਨੂੰ ਟ੍ਰਾਂਸਫਰ ਕਰ ਰਹੇ ਹਾਂ। ਲੈਟ ਦਾ ਵਿਜੀਲੈਂਸ ਡੂ ਇਟਸ ਜੌਬ। ਵੈਸੇ ਕਿੰਨੇ ਹੋਰ ਇਦਾਂ ਦੇ ਸੈਂਟਰ ਜਿਹੜੇ ਪੂਰੇ ਪੰਜਾਬ ਦੇ ਵਿੱਚ? ਸਾਡੀ ਕੋਸ਼ਿਸ਼ ਹੈ ਕਿ ਹਰ ਜ਼ਿਲ੍ਹੇ 'ਚ ਖੋਲੀਏ ਜੀ, ਤਾਂ ਕਿ ਹਰ ਜ਼ਿਲ੍ਹੇ 'ਚ ਜਦੋਂ ਹੋ ਗਿਆ ਤਾਂ ਕਿ ਮਾਰਕੀਟ ਰੈਗੂਲੇਟ ਰਵੇ। ਹਾਂਜੀ, ਫਿਲਹਾਲ ਇੱਕ ਸ਼ੁਰੂਆਤ। ਲੁਧਿਆਣਾ ਜਲੰਧਰ ਦੇ ਵਿੱਚ ਆਲਮੋਸਟ ਰੈਡੀ ਹੈ ਸਰ ਇਹ ਡਿਮਾਂਡ ਤੇ ਬ੍ਰਦਰ, ਇਹ ਤਾਂ ਜਿਵੇਂ ਇੱਕ ਤਰੀਕੇ ਨਾਲ ਹੁਣ ਇਹ ਸਰਕਾਰ ਦੀ ਦੁਕਾਨ ਹੈ, ਇਹ ਤਾਂ ਡਿਮਾਂਡ ਉੱਤੇ ਹੈ ਜੀ। ਜੇ ਅੱਜ ਹੀ ਵਿਕ ਗਿਆ ਕੱਲ ਹੋਰ ਭਰਨਾ ਪੈਣਾ, ਇਟ ਡਿਪੈਂਡਸ। ਇਹ ਜਿਹੜਾ ਜਿਵੇਂ ਕਿਸੇ ਦਾ ਘਰ 20 ਕਿਲੋਮੀਟਰ ਦੂਰ ਹੈ, ਉਹਨੂੰ 28 ਰੁਪਏ ਪਏਗਾ ਜਾਂ 28 ਤੋਂ ਬਾਅਦ ਐਕਸਟਰਾ ਟਰਾਂਸਪੋਰਟੇਸ਼ਨ ਕਾਸਟ ਤਾਂ ਹੋਊਗੀ ਪੰਕਜ ਜੀ। ਮੰਤਰੀ ਸਾਹਿਬ, ਮਾਫੀਆ ਤੁਸੀਂ ਖਤਮ ਕਰਨ ਦੀ ਗੱਲ ਕਰ ਰਹੇ ਹੋ। ਮੰਨ ਲਓ ਜੇ ਇੱਥੋਂ ਕੋਈ 10 ਟਰਾਲੇ ਜਾਂ 50 ਟਰਾਲੇ ਲੈ ਕੇ ਜਮ੍ਹਾਂ ਕਰ ਲੈਂਦਾ ਨਹੀਂ, ਤਾਂ ਉਹਨੂੰ ਫਿਰ ਆਪਦੇ ਤਰੀਕੇ ਨਾਲ ਉਹਦਾ ਇਨਫੋਰਸਮੈਂਟ ਹੈ ਜੀ, ਉਹਦਾ ਇਨਫੋਰਸਮੈਂਟ ਹੈ, ਵੈਰੀਫਾਈ ਹੈ। ਅਸੀਂ ਹੁਣ ਬਿਲਡਿੰਗ ਮਟੀਰੀਅਲ ਸਟੋਰਾਂ ਵਾਲਿਆਂ ਨੂੰ ਵੀ ਪੁੱਛਾਂਗੇ ਤੁਸੀਂ ਕਿਸ ਰੇਟ ਤੇ ਵੇਚ ਰਹੇ ਹੋ। ਕਰਾਂਗੇ ਜੀ, ਸਾਡੇ ਕ੍ਰਿਸ਼ਨ ਕੁਮਾਰ ਜੀ ਬੈਠੇ ਨੇ ਜੀ, ਕਰਨਗੇ ਕ੍ਰਾਸ ਚੈਕਿੰਗ। ਮੈਂ ਸਰ ਜਿਹੜੇ ਸੀਆ ਨੇ ਜਿਹੜੀਆਂ ਖੱਡਾਂ ਦੇ ਉੱਤੇ ਲਗਾਤਾਰ ਹੀ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ, ਕਲੀਅਰੈਂਸ ਨਹੀਂ ਦਿੱਤੀ ਜਾ ਰਹੀ। ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਡੀਐਸਆਰਾਂ ਦੇ ਉੱਤੇ ਜੀ, ਡੀਐਸਆਰਾਂ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਜੀ। 3 ਜ਼ਿਲ੍ਹਿਆਂ ਦੀਆਂ ਬਣ ਚੁੱਕੀਆਂ, ਰੋਪੜ, ਪਠਾਨਕੋਟ ਔਰ ਫਾਜ਼ਿਲਕਾ। ਰੋਪੜ, ਪਠਾਨਕੋਟ ਤੇ ਫਾਜ਼ਿਲਕਾ 3 ਜ਼ਿਲ੍ਹਿਆਂ ਦੀ ਬਣ ਚੁੱਕੀਆਂ। 6 ਦੀ ਪ੍ਰੋਸੈਸ ਹੈ, ਦਿਨ ਰਾਤ ਮਿਹਨਤ ਕਰ ਰਹੇ ਹਾਂ। ਤੇ ਜਦੋਂ ਇਹ ਵੀ 2-3 ਮਹੀਨੇ ਦੀ ਗੱਲ ਹੈ, ਰੇਤਾ ਤੁਹਾਨੂੰ ਅਸੀਂ 15 ਰੁਪਏ ਦੇਵਾਂਗੇ, ਬਜਰੀ 20 ਰੁਪਏ ਦੇਵਾਂਗੇ। ਪਰ ਇਹ ਹੁਣ ਮਜਬੂਰੀ 'ਚ, ਤਾਂ ਕਿ ਸਟੇਟ ਇੱਕਦਮ ਹੀ ਰੁਕੀ ਹੋਈ ਸੀ ਮਜਬੂਰੀ 'ਚ, 2-3 ਮਹੀਨੇ 'ਚ ਜਦੋਂ ਸਾਡੀ ਨਵੀਂ ਪਾਲਿਸੀ ਆ ਗਈ ਫਰਵਰੀ 23 ਤੋਂ ਬਾਅਦ, ਤੇ ਜਦੋਂ ਸਾਡੀਆਂ ਆਪਣੀਆਂ ਖੱਡਾਂ ਚੱਲ ਪਈਆਂ, ਤਾਂ ਤੁਹਾਨੂੰ ਪੰਜਾਬੀਆਂ ਨੂੰ ਅਸੀਂ 15-16 ਰੁਪਏ 'ਚ ਰੇਤਾ ਤੇ 20-22 ਰੁਪਏ 'ਚ ਬਜਰੀ ਪੂਰੇ ਪੰਜਾਬ ਸਪਲਾਈ ਕਰਾਂਗੇ। ਜਿਹੜੀ ਇਹ ਸੈਲਿੰਗ ਸੈਂਟਰਸ ਨੇ, ਇਹਨਾਂ ਦੀ ਐਕਚੁਅਲ ਕੈਪੈਸਿਟੀ ਕਿੰਨੀ ਤੁਸੀਂ ਦੱਸਿਆ? ਹੁਣ ਹਾਲ ਦੀ ਘੜੀ 2 ਲੱਖ ਮੈਟ੍ਰਿਕ ਟਨ ਜਿਹੜਾ ਹਾਂ, ਮੈਟ੍ਰਿਕ ਟਨ, ਵਿਚ ਇਜ਼ ਅ ਲੋਟ। 2 ਲੱਖ ਮੈਟ੍ਰਿਕ ਟਨ ਦੇ ਹਿਸਾਬ ਨਾਲ ਟਰਾਈ ਸਿਟੀ ਦੀ ਜੇ ਆਪਾਂ ਪੂਰੀ ਡਿਮਾਂਡ ਲਾ ਲਈਏ ਤਾਂ ਇਹ ਕਾਫੀ 15-20 ਦਿਨ ਦਾ ਸਮਾਨ ਇੱਥੇ ਹੈਗਾ। ਮੰਤਰੀ ਸਾਹਿਬ, ਕਿੰਨੀ ਕੁ ਕਮਾਈ ਹੋਣ ਦੀ ਉਮੀਦ ਹੈਗੀ ਤੁਹਾਨੂੰ ਸਰਕਾਰ? ਸਰ ਇਸ ਵਕਤ ਕਮਾਈ ਸਾਡਾ ਫੋਕਸ ਨਹੀਂ ਹੈ। ਕਮਾਈ ਤਾਂ ਉਦੋਂ ਹੋਊਗੀ ਜਦੋਂ ਮਾਈਨਿੰਗ ਸ਼ੁਰੂ ਹੋਊਗੀ। ਇਸ ਵਕਤ ਇੱਕ ਲੋਕਾਂ ਦੇ ਵਿੱਚ ਜਿਹੜੀ ਸਕੇਅਰਸਿਟੀ ਹੈ, ਤੁਸੀਂ ਅੱਜ ਸਾਨੂੰ ਰਿਲੀਫ ਦਿਵਾ ਦਿਓ, ਫਿਰ ਇਹ ਤਾਂ ਅਸੀਂ ਇੱਕ ਤਰੀਕੇ ਨਾਲ, ਕਿਉਂਕਿ ਇਸ ਵਕਤ ਆਮ ਜਨਤਾ ਪਰੇਸ਼ਾਨ ਹੈ, ਉਸ ਨੂੰ ਰਿਲੀਫ ਕਰਨ ਦਾ ਹੱਲ। ਇਹਦੇ 'ਚ ਕੋਈ ਅਸੀਂ ਕਮਾ ਨਹੀਂ ਰਹੇ, ਅਸੀਂ ਆਪਣੇ ਆਪ ਲੈ ਕੇ ਅਸੀਂ ਟਰਾਂਸਪੋਰਟ ਇੱਥੇ ਕਰਕੇ। ਯੈਸ, अलग अलग चीज़ है जी, किस्म है जी। बजरी 1-2 रुपये महंगी हो सकती है, ये डिमांड जो असी लैके आवें थानू जो कॉस्ट पऊगी सानू 29-30 रुपये ही होगी, जिस तो बाद नहीं होगी। अच्छा जी, तुसी पहले शख्स हो, मैनू जो नहीं दस्सिया। ਸਸਤੀ ਵੀ ਤਾਂ ਸਸਤੀ ਵੇਚਾਂਗੇ, ਮਹਿੰਗੀ ਨਹੀਂ ਵੇਚਾਂਗੇ। ਇਹ ਦੀ ਗੱਲ ਕਰੀਏ ਤਾਂ ਤੁਹਾਡੇ ਹਲਕੇ ਦਾ ਸੁਖਸਾਲ ਪਿੰਡ ਹੈ ਤੇ ਅਨੰਦਪੁਰ ਸਾਹਿਬ ਦੇ ਵਿੱਚ ਵੀ ਹੁਣ ਵੀ ਮਾਈਨਿੰਗ ਚੱਲ ਰਹੀ ਹੈ। मैं थानू फिर ਕਿੰਨੇ ਕੁ ਜੁਰਮਾਨੇ ਲਾਏ ਤੁਸੀਂ? मैं थानू फिर एक बारी गल दस दवां। 3.5 ਕਰੋੜ ਰੁਪਏ ਹੋ ਗਿਆ ਸਰ। मैं थानू फिर एक गल दस दिंदा जी, 3.5 करोड़ रुपया जुर्माना, 3.5 करोड़ रुपया जुर्माना ਅਸੀਂ ਹੁਣ ਤੱਕ ਲਾ ਚੁੱਕੇ ਹਾਂ। ਦੂਜੀ ਗੱਲ ਇਹ ਹੈ, ਇੱਕ ਪੂਰਾ ਇੱਕ ਮਾਫੀਆ ਆਪਰੇਟ ਕਰ ਰਿਹਾ ਸੀ, ਇੱਕ ਹੋਰ ਮਾਫੀਆ, ਉਹਦਾ ਨਾਮ ਸੀ ਬਲੈਕਮੇਲਰ ਮਾਫੀਆ। ਜਦੋਂ ਤਾਂ ਠੇਕੇਦਾਰ ਮਾਈਨਿੰਗ ਕਰਦਾ, ਉਦੋਂ ਕਹਿੰਦੇ ਸਾਡੇ ਪਿੰਡ 'ਚ ਜੀ ਡੀਸਿਲਟਿੰਗ ਦੀ ਲੋੜ ਹੈ, ਉਹੀ ਪੰਚਾਇਤ ਚਿੱਠੀਆਂ ਲਿਖਦੀਆਂ। ਜਦੋਂ ਸਰਕਾਰ ਕਹਿੰਦੀ ਕਿ ਅਸੀਂ ਹੁਣ ਕੱਢ ਕੇ ਕਰਾਂਗੇ, ਉਦੋਂ ਕਹਿੰਦੇ ਨਹੀਂ ਜੀ ਇਹ ਤਾਂ ਸਾਡਾ ਪਿੰਡ ਖਰਾਬ ਹੋ ਜਾਊਗਾ। ਤਾਂ ਉਹਨਾਂ ਦਾ ਦੇਖੋ ਆਪਣੇ ਪਰਦਾਫਾਸ਼ ਹੋਇਆ, ਉਹਨਾਂ ਦੀ ਰਿਕਾਰਡਿੰਗ ਆਏ ਆ, ਤੇ ਉਹੀ ਸ਼ਖਸ ਸੀ ਜਿਨ੍ਹਾਂ ਦੇ ਵੀਡੀਓ ਕਈ ਲੀਡਰ ਪੰਜਾਬ ਦੇ ਆਪਣੇ ਟਵਿੱਟਰ ਹੈਂਡਲਾਂ ਤੇ ਪਾਉਂਦੇ ਰਹੇ। ਕਈ ਪੰਜਾਬ ਦੇ ਲੀਡਰ ਜੋ ਰੋਜ਼ ਟਵੀਟ ਕਰਦੇ ਨੇ, ਉਹ ਵੀ ਉਸ ਬਲੈਕਮੇਲਿੰਗ ਮਾਫੀਆ 'ਚ ਹੋ ਸਕਦਾ ਸ਼ਾਮਲ ਹੋਣ। ਅੱਜ ਉਹ ਬੰਦੇ ਭੱਜੇ ਹੋਏ ਨੇ, ਥੱਲੋਂ ਜ਼ਮਾਨਤਾਂ ਰਿਜੈਕਟ ਹੋ ਗਈਆਂ, ਹਾਈ ਕੋਰਟ 'ਚੋਂ ਜ਼ਮਾਨਤਾਂ ਨਹੀਂ ਮਿਲੀਆਂ। ਇੱਕ ਪੂਰਾ ਬਲੈਕਮੇਲਿੰਗ। ਅੱਛਾ, ਕਹਿੰਦੇ ਜੀ ਜਰਕੇਸ਼ ਚੌਧਰੀ ਕਰੇ ਮਾਈਨਿੰਗ ਤਾਂ ਸਾਨੂੰ ਮਨਜ਼ੂਰ ਹੈ।
ਲੱਖਾਂ ਰੁਪਇਆ ਕਰੋੜਾਂ ਰੁਪਇਆ ਉੱਥੋਂ ਉਹਨਾਂ ਦਾ ਮਹੀਨਾ ਜਾਂਦਾ ਸੀ। ਜਦੋਂ ਕਿਉਂਕਿ ਅਸੀਂ ਜਦੋਂ ਆਏ ਆ ਤਾਂ ਉਹ ਹੋ ਗਿਆ, ਹੁਣ ਉਹ ਵਿਰੋਧ ਕਰਦੇ ਨੇ, ਇਲਾਕਾ ਸੰਘਰਸ਼ ਕਮੇਟੀਆਂ ਜੀ, ਫਲਾਨਾ ਕਮੇਟੀਆਂ। 3.5 ਕਰੋੜ ਰੁਪਇਆ ਜਿਹੜਾ ਤੁਹਾਡਾ ਸਵਾਲ ਹੈ ਜੀ, ਤੇ ਅੱਜ ਤੱਕ ਉਹਨਾਂ ਨੂੰ ਰੈਵਨਿਊ ਨਹੀਂ ਆਇਆ ਹੋਣਾ ਜਿੰਨਾ ਅਸੀਂ ਜੁਰਮਾਨੇ 'ਚੋਂ ਦੇ ਦਿੱਤਾ। ਮੰਤਰੀ ਸਾਹਿਬ ਇੱਕ ਵਿਕਾਸ ਭਵਨ ਦੇ ਵਿੱਚ ਗਏ ਸੀ ਸਾਰੀਆਂ ਪੰਚਾਇਤਾਂ, ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਮਾਰਕੀਟ ਰੇਟ ਹੋ ਰਿਹਾ ਪਰ ਪੰਚਾਇਤਾਂ ਨੂੰ ਹੋਰ ਦਿੱਤਾ ਜਾ ਰਿਹਾ, ਇਹ ਵੀ ਮੰਗ ਐਦਾਂ ਦਾ ਕੁਝ ਨਹੀਂ ਹੈ ਜੀ, ਸਵਾਲ ਹੀ ਨਹੀਂ। ਠੀਕ ਹੈ ਜੀ।